ਅੱਜ ਗੱਲ ਕਰਦੇ ਹਾਂ ਇੰਡੀਅਨ ਆਇਲ ਵੱਲੋਂ ਆਏ ਇੱਕ ਜ਼ਬਰਦਸਤ ਕੈਰੀਅਰ ਪ੍ਰੋਗਰਾਮ ਬਾਰੇ। ਇਹ ਸੈਂਕੜੇ ਨੌਜਵਾਨਾਂ ਲਈ ਇੱਕ ਬਹੁਤ ਵੱਡਾ ਮੌਕਾ ਹੋ ਸਕਦਾ ਹੈ। ਤਾਂ ਚਲੋ ਇਸ ਦੇ ਇੱਕ-ਇੱਕ ਵੇਰਵੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਇਹ ਮੌਕਾ ਆ ਕਿੱਥੋਂ ਰਿਹਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਤੋਂ। ਇਹ ਕੋਈ ਛੋਟੀ-ਮੋਟੀ ਕੰਪਨੀ ਨਹੀਂ, ਬਲਕਿ ਇੱਕ ਫॉर्च्यून ਗਲੋਬਲ 500 ਕੰਪਨੀ ਹੈ। ਮਤਲਬ ਇਸ ਮੌਕੇ ਦੀ ਅਹਿਮੀਅਤ ਤੇ ਭਰੋਸੇਯੋਗਤਾ ਤੇ ਕੋਈ ਸ਼ੱਕ ਹੀ ਨਹੀਂ। ਅਤੇ ਗਿਣਤੀ ਦੀ ਗੱਲ ਕਰੀਏ ਤਾਂ ਇਹ ਮੌਕਾ ਸੱਚਮੁੱਚ ਬਹੁਤ ਵੱਡਾ ਹੈ। ਪਹਿਲਾਂ ਇਹ ਸਮਝੀਏ ਕਿ ਇਹ ਪ੍ਰੋਗਰਾਮ ਹੈ ਕੀ। ਦੇਖੋ, ਇਹ ਸਿਰਫ ਇੱਕ ਟ੍ਰੇਨਿੰਗ ਨਹੀਂ, ਬਲਕਿ ਇੱਕ ਰਾਸ਼ਟਰੀ ਹੁਨਰ ਨਿਰਮਾਣ ਪਹਿਲ ਦਾ ਹਿੱਸਾ ਹੈ। ਮਤਲਬ ਇਸ ਦਾ ਮਕਸਦ ਦੇਸ਼ ਦੇ ਪੇਸ਼ੇਵਰਾਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨਾ ਹੈ। ਇਸ ਪ੍ਰੋਗਰਾਮ 'ਚ ਜਿਹੜੇ ਵੀ ਅਪ੍ਰੈਂਟਿਸ ਚੁਣੇ ਜਾਣਗੇ, ਉਹਨਾਂ ਨੂੰ 12 ਤੋਂ 15 ਮਹੀਨਿਆਂ ਲਈ ਪਾਣੀਪਤ ਰਿਫਾਈਨਰੀ ਤੇ ਪੈਟਰੋਕੈਮੀਕਲ ਕੰਪਲੈਕਸ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ। ਇੱਕ ਗੱਲ ਬਿਲਕੁਲ ਸਾਫ਼ ਕਰ ਲਈਏ, ਇਹ ਕੋਈ ਪੱਕੀ ਨੌਕਰੀ ਨਹੀਂ ਹੈ। ਇਹ ਇੱਕ ਖਾਸ ਸਮੇਂ ਲਈ ਦਿੱਤੀ ਜਾਣ ਵਾਲੀ ਟ੍ਰੇਨਿੰਗ ਹੈ। ਤਾਂ ਫਿਰ ਸਭ ਤੋਂ ਵੱਡਾ ਸਵਾਲ, ਇਸ ਮੌਕੇ ਦਾ ਫਾਇਦਾ ਕੌਣ-ਕੌਣ ਉਠਾ ਸਕਦਾ ਹੈ? ਯਾਨੀ ਕਿ ਯੋਗਤਾ ਦੀਆਂ ਕੀ ਸ਼ਰਤਾਂ ਹਨ? ਇਹ ਜਾਣਨਾ ਸਭ ਤੋਂ ਜ਼ਰੂਰੀ ਹੈ, ਤਾਂ ਧਿਆਨ ਨਾਲ ਸੁਣਨਾ। ਦੇਖੋ, ਕੁਝ ਮੁੱਖ ਸ਼ਰਤਾਂ ਹਨ। ਪਹਿਲੀ, ਉਮਰ 18 ਤੋਂ 24 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਹਾਲਾਂਕਿ SC, OBC ਤੇ PWD ਵਰਗਾਂ ਲਈ ਉਮਰ 'ਚ ਛੋਟ ਹੈ। ਦੂਜਾ, ਪੜ੍ਹਾਈ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਰੈਗੂਲਰ ਮਤਲਬ ਫੁੱਲ ਟਾਈਮ ਕੋਰਸ ਰਾਹੀਂ ਕੀਤੀ ਹੋਵੇ। ਤੀਜਾ, ਘੱਟੋ-ਘੱਟ 50% ਨੰਬਰ ਹੋਣੇ ਜ਼ਰੂਰੀ ਨੇ, ਜਦਕਿ SC ਤੇ PWD ਉਮੀਦਵਾਰਾਂ ਲਈ ਇਹ 45% ਹੈ। ਤੇ ਸਭ ਤੋਂ ਜ਼ਰੂਰੀ ਗੱਲ, ਯੋਗਤਾ ਪੂਰੀ ਹੋ ਚੁੱਕੀ ਹੋਵੇ। ਜਿਨ੍ਹਾਂ ਦਾ ਰਿਜ਼ਲਟ ਹਲੇ ਆਣਾ ਹੈ, ਉਹ ਅਪਲਾਈ ਨਹੀਂ ਕਰ ਸਕਦੇ। ਅੱਛਾ, ਇੱਕ ਸਵਾਲ ਹਮੇਸ਼ਾ ਪੁੱਛਿਆ ਜਾਂਦਾ ਹੈ ਤੇ ਬਹੁਤ ਜ਼ਰੂਰੀ ਵੀ ਹੈ ਕਿ ਕੀ ਪਾਰਟ ਟਾਈਮ ਜਾਂ ਡਿਸਟੈਂਸ ਐਜੂਕੇਸ਼ਨ ਵਾਲੀਆਂ ਡਿਗਰੀਆਂ ਚੱਲਣਗੀਆਂ? ਨਹੀਂ, ਇਸ ਦਾ ਜਵਾਬ ਬਿਲਕੁਲ ਸਾਫ਼ ਹੈ, ਨਹੀਂ। ਸਿਰਫ ਤੇ ਸਿਰਫ ਰੈਗੂਲਰ ਫੁੱਲ ਟਾਈਮ ਕੋਰਸ ਕਰਨ ਵਾਲੇ ਉਮੀਦਵਾਰ ਹੀ ਇਸ ਲਈ ਯੋਗ ਹਨ। ਇਸ ਮਾਮਲੇ 'ਚ ਕੋਈ ਟਲ ਨਹੀਂ ਹੈ। ਹੁਣ ਇਹ ਵੀ ਦੇਖ ਲਓ ਕਿ ਕੌਣ-ਕੌਣ ਅਪਲਾਈ ਨਹੀਂ ਕਰ ਸਕਦਾ। ਜਿਨ੍ਹਾਂ ਕੋਲ BE, BTech, MBA ਵਰਗੀ ਉੱਚ ਪੇਸ਼ੇਵਰ ਯੋਗਤਾ ਹੈ, ਉਹ ਯੋਗ ਨਹੀਂ ਹਨ। ਜਿਨ੍ਹਾਂ ਨੂੰ 1 ਸਾਲ ਜਾਂ ਇਸ ਤੋਂ ਵੱਧ ਦਾ ਕੰਮ ਦਾ ਤਜਰਬਾ ਹੈ, ਉਹ ਵੀ ਅਪਲਾਈ ਨਾ ਕਰਨ। ਤੇ ਹਾਂ, ਇੱਕ ਤੋਂ ਵੱਧ ਟ੍ਰੇਡ ਜਾਂ ਡਿਸਪਲਿਨ ਨਹੀਂ ਅਪਲਾਈ ਕਰਨਾ ਵੀ ਮਨਾ ਹੈ। ਚਲੋ, ਯੋਗਤਾ ਦੀ ਗੱਲ ਤਾਂ ਹੋ ਗਈ। ਹੁਣ ਦੇਖਦੇ ਹਾਂ ਕਿ ਕਿਹੜੇ-ਕਿਹੜੇ ਰੋਲ ਤੇ ਕਿੰਨੀਆਂ-ਕਿੰਨੀਆਂ ਵੈਕੈਂਸੀਆਂ ਮੌਜੂਦ ਹਨ, ਤਾਂ ਜੋ ਹਰ ਕੋਈ ਆਪਣੀ ਪੜ੍ਹਾਈ ਮੁਤਾਬਿਕ ਸਹੀ ਥਾਂ ਲੱਭ ਸਕੇ। ਜਿਨ੍ਹਾਂ ਨੇ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੈ, ਉਹਨਾਂ ਲਈ ਟੈਕਨੀਸ਼ੀਅਨ ਅਪ੍ਰੈਂਟਿਸ ਦੇ ਰੋਲ ਹਨ, ਜਿਵੇਂ ਕਿ ਕੈਮੀਕਲ, ਮਕੈਨੀਕਲ, ਇਲੈਕਟ੍ਰੀਕਲ ਤੇ ਇੰਸਟਰੂਮੈਂਟੇਸ਼ਨ। ਇਹਨਾਂ ਸਾਰਿਆਂ 'ਚ ਮਿਲਾ ਕੇ ਸੈਂਕੜੇ ਸੀਟਾਂ ਹਨ। ਹੁਣ ਗੱਲ ਕਰਦੇ ਹਾਂ ਟ੍ਰੇਡ ਅਪ੍ਰੈਂਟਿਸ ਦੀ। ਇੱਥੇ ਬਹੁਤ ਵੈਰਾਈਟੀ ਹੈ, ਜਿਵੇਂ ਕਿ ਅਟੈਂਡੈਂਟ ਆਪਰੇਟਰ ਲਈ BSc ਚਾਹੀਦੀ ਹੈ, ਫਿਟਰ ਲਈ ITI ਤੇ ਇੱਥੋਂ ਤੱਕ ਕਿ ਸੈਕਟਰੀਅਲ ਅਸਿਸਟੈਂਟ ਤੇ ਡਾਟਾ ਐਂਟਰੀ ਆਪਰੇਟਰ ਲਈ BA, BSc, BCom ਜਾਂ 12ਵੀਂ ਪਾਸ ਵੀ ਅਪਲਾਈ ਕਰ ਸਕਦੇ ਹਨ। ਠੀਕ ਹੈ, ਰੋਲ ਵੀ ਪਤਾ ਲੱਗ ਗਏ, ਪਰ ਸਭ ਤੋਂ ਵੱਡਾ ਸਵਾਲ, ਚੋਣ ਕਿਵੇਂ ਹੋਵੇਗੀ? ਕੀ ਕੋਈ ਪੇਪਰ ਹੋਵੇਗਾ, ਕੋਈ ਇੰਟਰਵਿਊ? ਚਲੋ, ਇਸ ਪੂਰੇ ਪ੍ਰਕਿਰਿਆ ਨੂੰ ਸਮਝਦੇ ਹਾਂ। ਅਤੇ ਇੱਥੇ ਆਉਂਦੀ ਹੈ ਸਭ ਤੋਂ ਵੱਡੀ ਤੇ ਸਭ ਤੋਂ ਵਧੀਆ ਖਬਰ। ਕੋਈ ਲਿਖਤੀ ਟੈਸਟ ਨਹੀਂ ਹੈ। ਜੀ ਹਾਂ, ਬਿਲਕੁਲ ਸਹੀ ਸੁਣਿਆ। ਚੋਣ ਦਾ ਤਰੀਕਾ ਬਿਲਕੁਲ ਵੱਖਰਾ ਹੈ ਤੇ ਇਹੀ ਗੱਲ ਇਸ ਮੌਕੇ ਨੂੰ ਬਹੁਤ ਖਾਸ ਬਣਾਉਂਦੀ ਹੈ। ਤਾਂ ਫਿਰ ਸਿਲੈਕਸ਼ਨ ਹੋਵੇਗੀ ਕਿਵੇਂ? ਇਹ ਪੂਰੀ ਤਰ੍ਹਾਂ ਮੈਰਿਟ ਤੇ ਆਧਾਰਿਤ ਹੈ। ਮਤਲਬ ਜਿਹੜੀ ਵੀ ਯੋਗਤਾ ਮੰਗੀ ਗਈ ਹੈ, ਉਸ ਵਿੱਚ ਪ੍ਰਾਪਤ ਕੀਤੇ ਨੰਬਰਾਂ ਦੇ ਆਧਾਰ ਤੇ ਹੀ ਮੈਰਿਟ ਲਿਸਟ ਬਣੇਗੀ। ਜੇਕਰ 2 ਉਮੀਦਵਾਰਾਂ ਦੇ ਨੰਬਰ ਬਰਾਬਰ ਹੋਣ ਤਾਂ ਜਿਸ ਦੀ ਉਮਰ ਜ਼ਿਆਦਾ ਹੋਵੇਗੀ, ਉਸ ਨੂੰ ਪਹਿਲ ਮਿਲੇਗੀ। ਜੇ ਉਮਰ ਵੀ ਬਰਾਬਰ ਹੋਵੇ ਤਾਂ ਫਿਰ 10ਵੀਂ ਦੇ ਨੰਬਰ ਦੇਖੇ ਜਾਣਗੇ। ਚਲੋ, ਹੁਣ ਜਦੋਂ ਯੋਗਤਾ ਤੇ ਚੋਣ ਦਾ ਤਰੀਕਾ ਸਮਝ ਆ ਗਿਆ, ਤਾਂ ਸਭ ਤੋਂ ਜ਼ਰੂਰੀ ਕੰਮ ਤੇ ਆਉਂਦੇ ਹਾਂ, ਅਪਲਾਈ ਕਿਵੇਂ ਕਰਨਾ ਹੈ। ਇਹ ਥੋੜਾ ਧਿਆਨ ਨਾਲ ਸਮਝਣ ਵਾਲਾ ਹੈ, ਕਿਉਂਕਿ ਇਸ ਦੇ 2 ਸਟੈਪ ਹਨ। ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਗੱਲ ਹੈ। 2 ਵੱਖ-ਵੱਖ ਸਰਕਾਰੀ ਪੋਰਟਲ ਹਨ ਤੇ ਸਹੀ ਪੋਰਟਲ ਤੇ ਅਪਲਾਈ ਕਰਨਾ ਲਾਜ਼ਮੀ ਹੈ। ਟ੍ਰੇਡ ਅਪ੍ਰੈਂਟਿਸ ਲਈ, ਜਿਵੇਂ ਕਿ ITI ਜਾਂ ਗ੍ਰੈਜੂਏਸ਼ਨ ਵਾਲਿਆਂ ਲਈ NAPS ਪੋਰਟਲ ਹੈ, ਤੇ ਜਿਹੜੇ ਟੈਕਨੀਸ਼ੀਅਨ ਅਪ੍ਰੈਂਟਿਸ ਹਨ, ਯਾਨੀ ਡਿਪਲੋਮਾ ਵਾਲੇ, ਉਹਨਾਂ ਨੇ NATS ਪੋਰਟਲ ਤੇ ਜਾਣਾ ਹੈ। ਗਲਤ ਪੋਰਟਲ ਤੇ ਅਪਲਾਈ ਨਾ ਕਰ ਦੇਣਾ। ਅਤੇ ਇਹ ਗੱਲ ਪੱਕੀ ਯਾਦ ਰੱਖੋ ਕਿ ਅਪਲਾਈ ਕਰਨ ਦੇ 2 ਲਾਜ਼ਮੀ ਸਟੈਪ ਹਨ। ਸਟੈਪ 1, ਆਪਣੇ ਟ੍ਰੇਡ ਮੁਤਾਬਿਕ ਸਹੀ ਪੋਰਟਲ ਯਾਨੀ NAPS ਜਾਂ NATS ਤੇ ਰਜਿਸਟਰ ਕਰਕੇ ਅਪਲਾਈ ਕਰਨਾ। ਸਟੈਪ 2, ਪੋਰਟਲ ਤੇ ਅਪਲਾਈ ਕਰਨ ਤੋਂ ਬਾਅਦ ਇੱਕ ਗੂਗਲ ਫਾਰਮ ਵੀ ਭਰਨਾ ਜ਼ਰੂਰੀ ਹੈ। ਜੇ ਦੋਵਾਂ ਵਿੱਚੋਂ ਇੱਕ ਵੀ ਕੰਮ ਰਹਿ ਗਿਆ ਤਾਂ ਅਰਜ਼ੀ ਰੱਦ ਹੋ ਜਾਵੇਗੀ। ਅੱਛਾ ਜੀ, ਹੁਣ ਆਂਦੀ ਹੈ ਸਭ ਤੋਂ ਜ਼ਰੂਰੀ ਗੱਲ, ਤਰੀਕਾ। ਕਿਉਂਕਿ ਜੇ ਤਰੀਕਾ ਲੰਘ ਗਈਆਂ ਤਾਂ ਸਾਰੀ ਜਾਣਕਾਰੀ ਦਾ ਕੋਈ ਫਾਇਦਾ ਨਹੀਂ। ਤਾਂ ਇਹ ਤਰੀਕਾ ਆਪਣੇ ਕੋਲ ਨੋਟ ਕਰ ਲਓ। ਆਖਰੀ ਤਾਰੀਖ ਹੈ 20 ਫਰਵਰੀ 2026। ਬਹੁਤ ਜ਼ਿਆਦਾ ਸਮਾਂ ਨਹੀਂ ਹੈ। ਇਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਲਈ ਇੱਕ ਲਿਸਟ 26 ਫਰਵਰੀ ਦੇ ਆਸ-ਪਾਸ ਆਵੇਗੀ ਤੇ ਵੈਰੀਫਿਕੇਸ਼ਨ ਦਾ ਕੰਮ 5 ਤੋਂ 10 ਮਾਰਚ ਦੇ ਵਿਚਕਾਰ ਹੋ ਸਕਦਾ ਹੈ। ਤਾਂ ਚਲੋ, ਸਾਰੀ ਗੱਲਬਾਤ ਨੂੰ ਕੁਝ ਮੁੱਖ ਨੁਕਤਿਆਂ 'ਚ ਸਮੇਟਦੇ ਹਾਂ।
ਪਹਿਲਾ, ਇੰਡੀਅਨ ਆਇਲ 'ਚ 637 ਵੈਕੈਂਸੀਆਂ ਦਾ ਇੱਕ ਬਹੁਤ ਵੱਡਾ ਮੌਕਾ। ਦੂਜਾ, ਸਭ ਤੋਂ ਵੱਡੀ ਗੱਲ, ਕੋਈ ਲਿਖਤੀ ਟੈਸਟ ਨਹੀਂ, ਸਿਲੈਕਸ਼ਨ ਸਿਰਫ ਨੰਬਰਾਂ ਦੇ ਆਧਾਰ ਤੇ। ਤੀਜਾ, ਅਪਲਾਈ ਕਰਨ ਦੇ 2 ਸਟੈਪ ਹਨ, ਪਹਿਲਾ ਪੋਰਟਲ, ਫਿਰ ਗੂਗਲ ਫਾਰਮ, ਦੋਵੇਂ ਜ਼ਰੂਰੀ ਹਨ। ਤੇ ਚੌਥਾ, ਆਖਰੀ ਤਾਰੀਖ ਯਾਦ ਰੱਖਣਾ, 20 ਫਰਵਰੀ 2026।